ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਰੇ ਏ ਮਨ ਹਰਿ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ। ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਔ ਹਰ ਕੈ ਸਦ ਬਲਿਹਾਰਣੈ, ਜਿਤ ਸੇਵਿਐ ਸੁਖ ਪਾਏ। ਨਾਨਕ ਗੁਰਮੁਖ ਮਿਲ ਰਹੈ, ਹਉਮੈ ਸ਼ਬਦ ਜਲਾਏ। ਵਾਹਿਗੁਰੂ ਵਾਹਿਗੁਰੂ ਦਸਾਂ ਗੁਰੂਆਂ ਦੀ ਆਤਮਿਕ ਜੋਤ, ਚਬਰ ਛਤਰ ਤਖਤ ਦੇ ਮਾਲਕ, ਨੇਹ ਕਲੰਕ ਅਵਤਾਰ ਨਾਮ ਬਾਣੀ ਕੇ ਬਹੁਤ ਧੰਨ ਗੁਰੂ, ਸਮਰੱਥ ਗੁਰੂ, ਪੂਰਾ ਗੁਰੂ, ਜਗਤ ਗੁਰੂ, ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਰੂਪ, ਗੁਰੂ ਪਿਆਰੀ ਗੁਰੂ ਨਾਨਕ ਨਾਮ ਦੇਵਾ ਸਾਧ ਸੰਗਤ ਜੀਓ। ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗਾਂ ਵਾਲੇ ਹਾਂ, ਸਤਿਗੁਰਾਂ ਦੀ ਕਿਰਪਾ ਦੇ ਨਾਲ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰਦਿਆਂ ਹੋਇਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜ਼ੂਰੀ ਅੰਦਰ ਵਿਰਾਜਮਾਨ ਹੋ ਕੇ ਇਲਾਹੀ ਹਰਜ ਸਰਵਣ ਕਰਨ ਦਾ ਸੁਭਾਗ ਮਿਲਿਆ। ਬੜੇ ਪਿਆਰ ਦੇ ਨਾਲ ਗੁਰੂ ਸਵਾਰਿਆਂ ਪਾਸੋਂ ਆਸਾ ਜੀ ਕੀ ਵਾਰ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ। ਆਓ ਬੜੇ ਪਿਆਰ ਦੇ ਨਾਲ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ। ਹਜ਼ੂਰ ਦੇ ਬਚਨ, ਏ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ। हे ਮੇਰੇ ਮਨ, ਪਿਆਰ ਦੇ ਨਾਲ ਇਕਾਗਰ ਚਿਤ ਹੋ ਕੇ ਹਰੀ ਦਾ ਸਿਮਰਨ ਕਰਿਆ ਕਰ। ਦੁਨੀਆ ਦੇ ਵਿੱਚ ਤੁਸੀਂ ਕੋਈ ਵੀ ਕੰਮ ਵੇਖ ਲਵੋ, ਕੋਈ ਵੀ ਐਸਾ ਕੰਮ ਹੈ, ਚਾਹੇ ਕਿਸਾਨ ਕਿਸਾਨੀ ਕਰੇ, ਚਾਹੇ ਕੋਈ ਨੌਕਰੀ ਵਾਲਾ ਬੰਦਾ ਨੌਕਰੀ ਕਰੇ, ਚਾਹੇ ਬੱਚੇ ਪੜ੍ਹਾਈ ਕਰਦੇ ਨੇ, ਵਿਦਿਆਰਥੀ, ਕੋਈ ਵੀ ਕੰਮ ਅਗਰ ਤੁਸੀਂ ਉਹਦੇ ਵਿੱਚ ਪੂਰਨ ਸਫਲ ਹੋਣਾ ਚਾਹੁੰਦੇ ਹੋ, ਪੂਰਨਤਾ ਦੇ ਰੂਪ ਦੇ ਵਿੱਚ ਉਹਦੇ ਵਿੱਚ ਸਫਲਤਾ ਹਾਸਲ ਕਰਨਾ ਚਾਹੁੰਦੇ ਹੋ, ਤੇ ਆਤਮਿਕ ਸਮਰਪਣ ਬਹੁਤ ਜ਼ਰੂਰੀ ਹੈ। ਕਿਸੇ ਵੀ ਕੰਮ ਨੂੰ ਬੜੀ ਸ਼ਿੱਦਤ ਦੇ ਨਾਲ, ਸਹੀ ਢੰਗ ਦੇ ਨਾਲ ਜਦੋਂ ਅਸੀਂ ਸਮਰਪਿਤ ਹੋ ਕੇ ਕਰੀਏ ਤੇ ਯਕੀਨਨ ਉਸ ਕੰਮ ਦੇ ਵਿੱਚ ਸਾਨੂੰ ਕਾਮਯਾਬੀ ਮਿਲਦੀ ਹੈ, ਸਫਲਤਾ ਮਿਲਦੀ ਹੈ, ਸ਼ੋਭਾ ਮਿਲਦੀ ਹੈ। ਪਰਮਾਤਮਾ ਦਾ ਸਿਮਰਨ ਵੀ ਬਿਨਾਂ ਸਮਰਪਣ ਤੋਂ ਕਦੇ ਸਫਲ ਨਹੀਂ ਹੋ ਸਕਦਾ। ਅਸੀਂ ਬਾਣੀ ਪੜ੍ਹਦੇ ਹਾਂ, ਸਿਮਰਨ ਵੀ ਅਸੀਂ ਕਰਦੇ ਹੋਵਾਂਗੇ, ਅਰਦਾਸ ਬੇਨਤੀ ਵੀ ਅਸੀਂ ਕਰਦੇ ਹੋਵਾਂਗੇ, ਲੇਕਿਨ ਜਿੰਨਾ ਚਿਰ ਉਹਦੇ ਵਿੱਚ ਇਕਾਗਰਤਾ ਤੇ ਸਮਰਪਣ ਦਾ ਮਿੱਛਾ ਨਹੀਂ ਪਾਇਆ ਜਾਂਦਾ, ਉਹਦੇ ਵਿੱਚੋਂ ਰਸ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੇ ਅਸੀਂ ਗੁਟਕਾ ਸਾਹਿਬ ਹੱਥ ਦੇ ਵਿੱਚ ਫੜਿਆ ਹੋਇਆ, ਬੇਸ਼ੱਕ ਅਸੀਂ ਬਾਣੀ ਪੜ੍ਹ ਰਹੇ ਹਾਂ, ਲੇਕਿਨ ਸਾਡਾ ਧਿਆਨ ਕਿਤੇ ਹੋਰ ਪਾਸੇ ਹੈ, ਸਾਡਾ ਮਨ ਤਾਂ ਬੱਚੇ ਨੂੰ ਖਿਡਾਉਂਦਾ ਫਿਰਦਾ, ਸਾਡਾ ਮਨ ਘਰ-ਬਾਰ ਦੇ ਵਿੱਚ ਰੁੱਝਿਆ ਹੋਇਆ, ਤੇ ਹਜ਼ੂਰ ਕਹਿੰਦੇ ਨੇ ਫਿਰ ਤੇਰਾ ਬਾਣੀ ਪੜ੍ਹਨਾ ਪ੍ਰਵਾਨ ਨਹੀਂ ਹੈ। ਨਵਾਬ ਦੌਲਤ ਖਾਂ ਤੇ ਉਹਦੇ ਕਾਜ਼ੀਆਂ ਨੇ ਜਦੋਂ ਸ਼ੰਕਾ ਕੀਤਾ, ਜਦੋਂ ਗੁਰੂ ਸਾਹਿਬ ਜੀ ਵੇਈ ਨਦੀ ਦੇ ਵਿੱਚੋਂ ਨਿਕਲੇ, ਬਾਬਾ ਜੀ 3 ਦਿਨਾਂ ਬਾਅਦ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਤੇ ਗੁਰੂ ਸਾਹਿਬ ਨੇ ਬਚਨ ਕੀਤੇ ਸੀ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਤੇ ਉੱਥੋਂ ਦੇ ਕਾਜ਼ੀਆਂ ਨੇ ਰੌਲਾ ਪਾ ਦਿੱਤਾ, ਕਿਉਂਕਿ ਮੁਗਲ ਹਕੂਮਤ ਸੀ। ਕਹਿੰਦੇ ਅਗਰ ਤੁਸੀਂ ਸਭ ਦੇ ਸਾਂਝੇ ਬਣਦੇ ਹੋ, ਜੇ ਤੁਸੀਂ ਹਿੰਦੂ ਤੇ ਮੁਸਲਮਾਨ ਨੂੰ ਇੱਕ ਮੰਨਦੇ ਹੋ, ਤੇ ਸਾਡੇ ਨਾਲ ਬੈਠ ਕੇ ਨਮਾਜ਼ ਪੜ੍ਹੋ। ਗੁਰੂ ਸਾਹਿਬ ਕਹਿੰਦੇ ਮੈਨੂੰ ਕੋਈ ਹਰਜ ਨਹੀਂ। ਨਮਾਜ਼ ਪੜ੍ਹਨ ਲੱਗੇ, ਸਭ ਨੇ ਨਮਾਜ਼ ਅਦਾ ਕੀਤੀ, ਗੁਰੂ ਸਾਹਿਬ ਨੇ ਨਮਾਜ਼ ਨਹੀਂ ਪੜ੍ਹੀ। ਕਾਜੀ ਨੇ ਸਵਾਲ ਉਠਾਇਆ ਵੀ ਤੁਸੀਂ ਤਾਂ ਕਹਿੰਦੇ ਸੀ ਵੀ ਤੁਸੀਂ ਹਿੰਦੂ ਤੇ ਮੁਸਲਮਾਨ ਨੂੰ ਇੱਕ ਮੰਨਦੇ ਹੋ, ਤੇ ਫਿਰ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ ਸਾਡੇ ਨਾਲ ਬੈਠ ਕੇ? ਗੁਰੂ ਸਾਹਿਬ ਕਹਿੰਦੇ ਕਾਜੀ ਸਾਹਿਬ ਕੀ ਤੁਸੀਂ ਨਮਾਜ਼ ਪੜ੍ਹੀ?
नवाब दौलत खां भी उत्थे बैठा है। दौलत खान नूं पुछया, नवाब साहब की तुसीं नमाज पढ़ी? कहंदे हाँ, असीं तुहाडे सामने तां नमाज अदा कीती है। गुरु साहब कहंदे नहीं कीती, खुदा दे अगे सिर्फ तुहाडा शरीर झुकिया, कि तुहाडा मन झुकिया? वो कहंदे वो किस तरह? कहंदे नवाब साहब दौलत खान जी, तुसीं तां जदों नमाज पढ़ रहे सी काबल दे विच उच्च कोटि दे घोड़ियां दा तुसीं सौदा कर रहे सी, घोड़े खरीद रहे सी अपने मन दे विच। ते साडे जिहड़े काजी साहब ने जदों ये नमाज पढ़ रहे सन, इन्हां नूं इस गल की चिंता लगी हुई सी भी इन्हां दे घर गां ने वछेरा दिता ते किते वो वछेरा भजदा भजदा किला तड़ा के किते खूह दे विच न डिग पवे। कि काजी साहब तुसीं मनदे हो भी तुसीं मसीत दे विच बैठ के शरीर दे नाल नमाज पढ़ रहे हो, लेकिन तुहाडा मन किते वछे की चिंता दे विच लगा होया ते किते घोड़े खरीद रहा है। सारे निरुत्तर हो गए। गुरु साहब कहते ऐसी नमाज मैनू मंजूर नहीं। नमाज वो है जिहड़ी शरीर दे नाल नहीं, जिहड़ी मन दे नाल दिल दे नाल अदा की जाए। क्योंकि जिस कर्म दे विच साडा मन ही नहीं, सिर्फ मजबूर होकर असीं बैठे हैं, तो फिर वो कर्म खुदा नूं मंजूर किद्दां हो सकता है, परमात्मा नूं किद्दां मंजूर हो सकता है। हजूर दे बचन ए मन हर जी ध्याए तू, एक मन एक चित पाए। परमात्मा दा आराधना करनी है, सिमरन करना है, भजन करना, बंदगी करनी है, बाणी पढ़नी है, सच दा कर्म करना है, ते एक मन एक चित पाए, भाव एकाग्र होके आत्मिक समर्पण दे नाल कर। ते जदों एकाग्रता दे नाल एक वारी भी वाहिगुरू निकले ते रोम रोम परमात्मा दी सिफत दे नाल गूंज जांदा है। क्योंकि वो वाह साडे दिल दे हिरदे दे थलड़े तल दे विचों निकलदा है, गहराइयां दे विचों निकलदा है। हर कियां सदा सदा वडियाइयां देन पछोताए। ते जदों एकाग्रता दे नाल प्रभु पति परमात्मा दी असीं आराधना करदे हां, रब दे नाल अपनी आत्मा नूं जोड़दे हां, अपने दिल दी नाड़ परमात्मा दे विचार दे नाल जदों जोड़दे हां, ते परमात्मा सानू बहुत ते बेअंत वडियाइयां बख्शदा ते कदे वडियाइयां दे के वो पछताउंदा नहीं, बख्शदा ही रहिंदा। लेकिन सच ये भी सिमरन करन लगे आ, भजन करन लगे आ, बंदगी करन लगे आ, धार्मिक काम करन लगे आ, कदे वडियाइयां दी आस ना कर, क्योंकि तेरा फर्ज है काम करना। उस काम नूं सिरे चाढ़ना ते उस काम दा फल देना मालक दे हाथ दे विच हुंदा है। नौकर दा की काम है? नौकर दा काम है वो पूर्ण समर्पण दे नाल अपने मालक दी मर्जी दे मुताबिक काम करे, जो उहदे मालक नूं चंगा लगदा वो काम करे। क्योंकि नौकर जे अपनी मन मर्जियां करन लग जाए कि मालक उत्ते खुश होवेगा? साडा मालक परमात्मा है, असीं उहदे नौकर हां, असीं उहदी चाकरी करन वाले हां। हम चाकर गोबिंद के, जिहड़ा सारी सृष्टि की प्रतिपालना कर रहे, असीं उहदी चाकरी करन दे लई, उहदी सेवा दे लई इस दुनिया दे विच बैठे हैं। ते साडा फर्ज है बिना वडियाई तो, बिना शोभा की मंग तो पूर्ण समर्पित होकर मालक की मर्जी के मुताबिक जिंदगी नूं जीना, ते मर्जी के मुताबिक काम करना, ते मालक वडियाइयां दे नाल साडे जीवन नूं भर दिंदा है। हाँ हर कै सद बलिहारण जित सेविए सुख पाए। ते मैं सदा सदा अपने प्रभु पति परमेश्वर तो बलिहारे जाना, कुर्बान जाना, वारे जाना, क्योंकि जिसकी सेवा के नाल मैनू सच्चे सुख की प्राप्ति हुई है, आत्मिक आनंद मिल गया, मन नूं खुशी मिल गई, तसल्ली मिल गई, जिंदगी दे विच सबर आ गया। नानक गुरमुख मिल है हौमै शब्द जलाए। हे नानक गुरमुख जन हंकार नूं सतगुरु दे शब्द दी राही सांझ दे के अपने मन दे हंकार नूं खत्म करके, अपने आप नूं मिटा के, पूर्ण समर्पण हो के, एकाग्र हो के, एक मन एक चित हो के जदों अपने मालक की आराधना करते हैं तो वो अपने मालक नूं भा जाते हैं। उन्हां दे हिरदे घर दे विच परमात्मा प्रगट हो जाता है, क्योंकि सच्चे गुरु की कृपा के नाल हंकार रूपी दरिंदा, हंकार का जहर शब्द की बरकत के नाल अंदरों खत्म हो जाता है। भावना कैसी बन जाती है? कबीर मेरा मुझ में किछ नहीं, जो किछ है सो तेरा।
तेरा तुझको सौंप दे क्या लग गए मेरा। फिर जिंदगी दे विच जिड्डा मर्जी दुख आ जाए, बंदा कदे रोष नहीं करता, सगों मालक का शुक्र करता, मालका तू ही दिता से। देखो कितना बड़ा जेरा है गुरु कलगीधर सच्चे पातशाह का सामने। जवान पुत्रां दी लाश पई हुई है, साहिबजादा अजीत सिंह ते जुझार सिंह जंगे मैदान दे विच, ते गुरु कलगीधर साहब बिना वेखे एक बार अपने पुत्र के मूँह ते हाथ फेरे बिना भी लाश के उत्तों दी लंघ जाते हैं। ਸਿੰਘਾਂ ने पूछया गुरु साहब तुहाडे साहिबजादे ने बड़ी प्यार दे नाल तुसीं पाल पोस के इन्हां नूं वड्डे कीता सी, इन्हां दा अंतिम संस्कार तां कर दईए। गुरु साहब कहंदे जे ये मेरे साहिबजादे ने ते जंगे मैदान दे विच नज़र मार के वेखो हज़ारां ਸਿੰਘਾਂ दीयां लाशां पईयां, कि वो मेरे साहिबजादे नहीं? आपको सतनाम श्री वाहिगुरू। इन पुत्र इनके शीस परिवार दिए सुत चार, चार मुए तो क्या हुआ जीवित कई हजार। मेरे चार चले गए तो की हो गया, मेरे हजारां धियां पुत जींदे ने दुनिया दे विच मेरा नाम रोशनाउण वास्ते। ये है कबीर मेरा मुझ में किछ नहीं। ये मालक जो तू मैनू दिता सी, ये जीवन भी तेरा दिता होया है, ते तेरे लेखे लग गया, इस तो वड्डी होर की गल हो सकती। किड्डा शुक्र है, किड्डा सब्र है, किन्ना अंदर ठंडा है मेरे दशमेश पिता दा। अपना सरबंस कुर्बान करके भी मत्थे दे उत्ते एक त्योड़ी नहीं, फिर भी बदला लैण दी भावना नहीं, फिर भी मन दे विच रोष नहीं, सगों बड़े प्यार दे नाल मालक नूं संबोधित करदे होए कह रहे ने मित्र प्यारे नूं हाल मुरीदां दा कहना, तुद बिन रोग रजाइयां दा उड्डण, नाग नवासां दे रहना। ये मालका तेरी रहमत दे नाल तू मैनू बल बख्शिया, तू मैनू सहारा दिता, अपना सरबंस कुर्बान करके आया सच ते धर्म नूं दुनिया दे उत्ते कायम करन दे लई। हुण अपना आप वारना बाकी रह गया, मेहर करी जिद्दां अपना सरबंस कुर्बान हुंदे होए मैं अडोल रहा, कदे अपने सच दे राह तो डोलिया नहीं। जदों मैं अपना आप कुर्बान करा उदों भी मैनू डोलण ना दई। आखो सतनाम। किड्डा अंदर ठंडा है, ते सानू जे कोई मड़ी जी गल कह जाए तो कालजा तप जाता है, हिरदे दे विच अग भांबड़ पैदा हो जाते हैं। हजूर कहते हैं नानक गुरमुख मिल रहा होमै शब्द चलाए। गुरमुखां नूं मिल के सच्चे गुरु की किरपा दे नाल सच्चे गुरु तो सच का शब्द जदों दिल दे विच अपने हिरदे दे विच पूर्ण शरधा दे नाल वसा लिया ते मन दे विचों हंकार वड्ढिया गया, ते फिर जिंदगी दे विच जो मर्जी हो जावे जीवन हमेशा उस रब दे शुकराने वाला हो जाता है। बचन कीते जदों ये मन हर जी ध्याए तू एक मन एक चित पाए, जदों पूर्ण समर्पित होके परमात्मा की आराधना करते हैं तो मालक मन दे विचों भरम दे आंडे नूं तोड़ दिंदा है। हुण कदे तुसीं आंडा वेख्या होना है, किसी भी जीव का आंडा ला लो, कोई मुर्गी का कोई पक्षी का आंडा जदों हुंदा है आंडे दे विचों जदों बच्चा निकलदा है वो पहलां वो खोल नूं तोड़दा, उतला जिहड़ा आंडे का आवरण हुंदा है, क्योंकि जिन्ना चिर आंडे के आवरण दे विच है उस खोल दे विच है वो कदे उडारी नहीं मार सकता। सब तो पहला उन्हों वो खोल तोड़ना पवेगा, भनना पवेगा। जदों खोल भन के वो बाहर आउंदा ते फिर वो उडारियां मारदा। मालक ने उहदे अंदर समर्थता दिती है उड्डण दी, मालक ने उन्होंने फंग दिते ने उड्डण वास्ते, लेकिन उन्ना चिर वो उड़ नहीं सकता जिन्ना चिर वो आंडे के आवरण दे विच कैद है। जदों आंडे तो आज़ाद हो जाता तो आज़ाद होकर आसमान दे विच उड़दा। हजूर कहते असी भी भरम ते मोह दे आंडे दे विच कैद होए पए हां। सानू बच्चों का मोह मार जाता है, सानू पदार्थों का मोह मार जाता है, सानू अपने शरीर का मोह मार रहा है। मोह के आंडे दे विच जदों असी कैद हाँ तो असी सच की उडारी नहीं मार सकते, कदे जिंदगी दे विच धर्म नूं हासिल नहीं कर सकते। की तुहानूं लगदा भी अगर गुरु कलगीधर साहब सच्चे पातशाह नूं अपने पुत्रां दे नाल प्यार हुंदा, मोह हुंदा, प्यार ते मोह दे विच बड़ा फर्क है। प्यार तो महाराज सब नूं करदे ने, लेकिन अगर स्पैशल मोह हुंदा भी नहीं ये मेरे बच्चे ने मैं इन्हां नूं कुछ नहीं होण देना, ते की एडा वड्डा उच्चा सुच्चा धर्म अकाल पुरख दा दुनिया ते कायम हो सकदा सी? कदे भी नहीं हो सकदा सी।
खालसा उपज परमात्मा की मौज, खालसा अकाल पुरख की फौज। अकाल पुरख की फौज कदे दुनिया के उत्ते कायम हो सकती सी अगर कलगीधर साहब पातशाह मूँह कर जाते भी नहीं, मैं अपने साहिबजादे नूं जंग च नहीं जाण देना, मैं उन्होंने नीआं दे विच नहीं चिण देना। जे गुरु अर्जन देव सच्चे पातशाह अपने शरीर के नाल मोह कर जाते, तती तवी ते ना बैठते, की तुहानूं लगदा भी गुरु नानक साहब का एडा उच्चा सुच्चा पंथ एडी चढ़दी कला दे विच हो सकदा सी? गल तां मूँह दी ना, असीं मूँह दे आवरण दे विच फसे होए हां। भरम ते मूँह दे आंडे ने सानूं जकड़ रखिआ ते धर्म ते सच दी उडारी असीं कित्थों मार लवांगे? क्योंकि साडी सोच सिर्फ ते सिर्फ अपने आले दुआले तक है। मेरे बच्चे सैटल हो जाण, मेरा परिवार सैट हो जाए, जमीन बन जाए, कोठी बन जाए, पदार्थ आ जाण। मूँह का जिहड़ा आंडा साडे उत्ते चढ़िया होवे ते रब की प्राप्ति नहीं हो सकती। रब की प्राप्ति करन दे लई धर्म कमाउणा पैंदा, ते धर्म किहड़ा? इको धर्म जिहड़ा सच, कोई सच नूं जिंदगी दे विच वसाउणा पैंदा है कि जींदियां जी तुसीं ये मन सकदे हो भी तुहाडे तो पहलां तुहाडे बच्चे मर जाणगे। दिल कंब जांदा है, शुभ शुभ बोलो। कदे कोई साडे घर मौत की गल करे ना तो कांबा छिड़ जाता भी ना 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 इदां नहीं बोलीदा हुंदा, बड़ा भय है, बड़ा डर है। सच की गल कहनी बड़ी सौखी, लेकिन सच नूं अपने उत्ते हंडाउणा बड़ा औखा है, बहुत औखा है। कबूल कर सकते हो? अकाल पुरख अगर ये हुक्म करे भाई लै भलिया मानसा तेरे सामने तेरे बच्चे की हुण मौत होण लगी है, कबूल कर सकते हैं? असीं की कहांगे? नहीं मालका सानू मार ला, साडे बच्चों नूं बख्श दे। क्यों? क्योंकि मूँह के आंडे दे विच असीं फसे होए, सच तो सखणे हो चुके हैं, लेकिन सानू पता है जो उपजो सो बिनस है। क्योंकि गुरु साहब के बचन ने जिहड़ा कुछ भी पैदा होया उन्हें खत्म हो जाना, न बालक न जोबन न बिरदी कछबंद। कोई प्यो किद्दां कह सकता भी मैं अपने बच्चों तो पहला चला जाना? कोई बच्चा ये नहीं कह सकता भी मैं अपने प्यो तो बाद मरना। ये अकाल पुरख जानदा, क्योंकि मौत के रस्ते दे विच ना बालक ना जवानी ते ना बुढ़ापा, कोई भी रोड़ा नहीं बन सकता। वो बेरा ना बुझी है जो आए पर जम फंद। ते की असी स्वीकार कर सकते हैं कि असी ये मनण नूं तैयार होवांगे भी साडे जींदियां जी साडे बच्चों ने साडे तो दूर चले जाना है, दुनिया छड्ड के चले जाना? कोई भी माँ बाप इदां नहीं मनदा, कहंदा ना पहलां असी दुनिया नूं छड्ड के जावांगे, साडे बच्चे जींदे रहणगे। लेकिन कुदरत के रंगां दा की भरोसा? लेकिन जिन्हें जिंदगी दे विच सच नूं कबूल कीता, मालका मैनूं मंजूर है, कबीर मेरा मुझ में किछ नहीं, जो किछ है सो तेरा, मैनूं सब कुछ मंजूर है, कोई गल नहीं। जे मेरे जींदिया जी तू मेरी औलाद नूं भी मेरे तो दूर लै जावे ते तां भी तेरा शुक्र है, क्योंकि ये बख्शी तू सी। जे तेरे कोले चलेगी तो मैनूं रोष नहीं कोई। ये भावना सच्चे गुरु तो कमाउण वाला ही असली गुरसिख है, तो ये कमाउणा बड़ा औखा है, अपने आप नूं मारना पैंदा है। हजूर कहते फूटो आंडा परमका मने पयो प्रगासा। जदों ए मन हर जी ध्याए तू एक मन एक चित पाए, जदों पूर्ण समर्पण होके पूर्ण शरधा दे नाल परमात्मा दा सिमरन ते आराधना करते हैं, तो ये जिहड़ा भरम ते मोह दा जिहड़ा आंडा है ना, ये टुट जाता है ते साडी हस्ती आजाद बन जाती है। आजाद हस्ती दा मालक बनाया सानू गुरु कलगीधर साहब ने। फिर धर्म ते सच दे रस्ते ते तुर लग्या जो मर्जी कुर्बान करना पवे, कदे कदम पिछे नहीं हटते। बाणी प्रभ की सबको बोले आप अडोल न कब हूं डोले। मालक दी रहमत हुई जो सच्ची शरधा दे नाल ओदी आराधना कीती, गुरु दे शब्द नूं जिंदगी दे विच कमा लिया। फूटो आंडा भरम का मने प्यो प्रगासा। प्रगास का भाव चानन हो गया, आत्मिक जीवन रोशन आ गया, आत्मिक जीवन की सूझ पै गई। ते भरम ते मूँह का जिहड़ा आंडा सी, जिहड़ा खोल सी, जिन्हें मैनूं जकड़ रखिया सी, सिर्फ मैं अपने परिवार के दायरे तक ही अपनी जिंदगी नूं बन के रख लिया भी मेरे बच्चे सैट हो जाण, मेरा परिवार सैट हो जाए, बस इत्थों तक। ये भरम के आंडे नूं गुरु साहब ने तोड़ दिता ते मैं आजाद हो गया। आजाद होके हुण सच दे राह ते मैं विचर रहा। काटी बेरी भगते गुर कीनी बंद खलास। जिस दे पैरों तो गुरु ने मोह दियां बेड़ियां कट दित्तियां, जिसनों मोह दी कैद तो छुटकारा दे दिता। हुण मोह दियां बेड़ियां जे पैरों दे विच पईयां हुंदियां, मैं हुणे उदाहरण दिता गुरु कलगीधर साहब दे, की अपने साहिबजादियां दी लाश दे उत्तों दी लंघ जांदे? नहीं लंघ सकदे सी, अगर जे मोह दियां बेड़ियां उन्हां दे पैरों दे विच हुंदियां। पर नहीं,
वो खुद दशमेश सन, गुरु कलगीधर साहब सन, जिहड़े हर एक भावना तो रहत सन, मोह तो रहत सन, विकारां तो रहत सन, क्योंकि खुद आप परमेश्वर सन। ते उही उन्होंने सदक सानू बख्शिया भी किद्दां सच दे राह ते तुरन लग्गिया अपनियां भावना अपनियां तृष्णावां दा अंत करना पैंदा, अपना आप खत्म करना पैंदा। फिर मोह नहीं, फिर ये नहीं दिसदा भी मेरा बच्चा मेरे सामने कुर्बान हो गया, मैं पहला इनू चक्का। नहीं, सच दा राह दुनिया दे उत्ते कायम करना। फिर एक लक्ष्य मिल जाता है, एक मंजिल मिल जाती है भी उस मंजिल तक पहुंचना है, आला दुआला नहीं वेखदा। फिर काटी बेरी पकै ते पैरां दे विचों गुरु ने मूँह दी बेड़ी कट दिती, गुरकीनी बंद खलास ते भा बंधना तो मुक्त हो के जीवन कैद, बंधना दी कैद तो जीवन मुक्त हो गया, आज़ादी मिल गई, सुख दा साह आ गया, सबर दे नाल हुण जिंदगी जी रहा है, बड़ा खुश है अपने जीवन दे विच। हुण किसी चीज़ की कोई थोड़ नहीं रह गई, लोड़ नहीं रह गई किसी चीज़, क्योंकि आसा मनसा सगल त्याग है, सब कुछ त्याग दिता। आवण जान रहियो तपत कड़ाहा बुझ गया, गुर शीतल नाम दियो। उस मनुख की माया की खातर भटकना मुक गई, ते जिहड़ा मन तपिया पिया सी विकारां दे नाल, जिहड़े मन दे विच हंकार तृष्णा मोह ने अग मचा रखी सी, वो तपदे हुए कड़ाए वर्गा मन ठंडा ठार हो गया। क्यों? क्योंकि गुरु के शब्द के राही परमात्मा का शीतल ते ठंडा नाम मिल गया, जिन्हें आत्मिक जीवन नूं ठंड दे नाल भर दिता। तत्ती तवी दे उत्ते जदों गुरु अर्जन देव सच्चे पातशाह बैठे ते साईं मियाँ मीर जी विचलित हो गए। बचन कहे, पातशाह मैं तुहाडी ये दशा नहीं देख सकता। गुरु साहब कहते, साईं जी तुसी तवी दी तपश नूं ना वेखो, तवी दी तपश जिहड़ी मेरे पिंडे नूं साड़ रही है, मेरे पिंडे ते उभरे हुए छालियां नूं ना वेखो, जरा मेरे अंदर ध्यान मार के वेखो, मेरा अंदर तां बर्फ दे नालों भी ठंडा है। आखो सतनाम श्री। तत्ती तवी दे उत्ते भी एडी ठंड, रत्ती भर भी रोशनी, एडा वड्डा सिदक, यही एक सिख दी मंजिल है। इस मंजिल तक असी पहुंचना है, ते मंजिल तक पहुंचा किद्दां जाएगा? ए मन हर जी तै तो एक मन एक चित पाए, पूर्ण समर्पित होकर गुरु की आराधना करनी है। जिंदगी दे विच गुरु के शब्द नूं कमाउणा, सिर्फ पढ़ना नहीं भी इन्ने जपजी साहब दे असीं पाठ कर लैने दिहाड़ी दे विच, चंगी गल है। बाणी पढ़ना कोई माड़ी गल नहीं, बेशक तुसीं 10 करो, 15 करो, 50 करो, लेकिन समर्पित होके करो। गुरु के असूलों नूं जिंदगी दे विच कमाउण दा असीं यतन करना। जब ते साधु संग पिया तो छोड़ गए निगहार। निगहार दा अर्थ निगाह रखण वाले जमदूत, आत्मिक मौत दा सुनेहा लियाउण वाले। जदों किसी बड़े भागी नूं मनुख नूं गुरु दा मिलाप हासिल हो गया, जिंदगी दे विच आत्मिक जीवन ते उच्चे सुच्चे गुण पैदा हो गए, ते फिर जिहड़े जमदूत सी, जिहड़े निगरानी रखते सी, वो छड्ड के चले जाते हैं। क्यों? क्योंकि निगाह किते रखी जाती अपराधी ते। आप नहीं कह देंगे भी फलाने बंदे ते निगाह रखियो, ये बंदे की सोच बड़ी माड़ी है, की पता किहड़े वेले की काम कर जाए। ते जिहड़े जमदूत ने वो भी मालक दे फरिश्ते ने, ते वो सदा चिमड़े रहंदे मनमुखां नूं, सदा उन्हां दे सिर ते मंडराउंदे रहंदे है भी किहड़े वक्त ये करतूतां करन ते असीं इन्हां दा सब कुछ लेखा जोखा लिखदे रहीए। ते जिन्हां दी आत्मा ही परमात्मा दे नाल जुड़ चुकी होवे, जिंदगी दे विच सबर ते शुक्र आ गया होवे, मालक दी भगती आ गई होवे, ते जमदूत भी छड्ड जांदे, भाई इन्हां दा पिछा करन दा कोई लाभ नहीं, ये तां रब दे नाल जुड़ियां होईयां रूहां ने, ये जिंदगी दे विच कोई भैड़ा कर्म नहीं कर सकदे, क्योंकि पूर्ण भरोसा कायम हो गया। जिसकी अटक तिस्ते छुटी तो कहां करे कोटवार। कोटवार तो कोतवाल जमराज। ते जदों परमात्मा वालों आत्मिक जीवन के राह विच पाई हुई रुकावट उसकी मेहर के नाल गुरु की राही मुक जाती है, गुरु के शब्द नूं जिंदगी दे विच कमा लिया, तदों उन्हां तक रखण वालियां दा जिहड़ा सरदार है, कोतवाल है, जिहड़ा जमराज मालक ने दुनिया दे विच बिठाया होया लेखा जोखा लिखण दे लई, वो भी की कर सकता है। क्यों? क्योंकि उरवार पार के दानियां लिख लियो, आल पताल मोहे जम डंड न लगी तजीले सर्ब जंजाल। वो काम ही छड्ड दिते जिन्हां ने जमराज की कचहरी दे विच पेश करना सी। कोर्ट कचहरियां कादे वास्ते ने? फैसले करने वास्ते। थाने कादे वास्ते ने? कोई अपराधियों नूं कैद करने वास्ते जेल बनाए हुए ने। ते जिन्हें जीवन दे विच कोई अपराध कीता ही नहीं, ते ना करना, ते ना उहदी सोच है, उन्होंने जेलों का की डर, उन्होंने पुलिस का की डर? डर तो उन्होंने है ना
जिहदी सोच अपराधियां वाली होवे, ते जिन्हें जिंदगी दे विचों अपराधिक गतिविधियां छड्ड दित्तियां, अपराध पैदा करने वाले मोह का अंत कर दिता, हंकार नूं मार लिया, तृष्णा का अंत कर दिता, फिर वो किसी धर्मराज जां उहदे फरिश्तियां तो नहीं डरदा। चूका पारा कर्म का होई नहीं काम, उन्हां दा अनेक जन्मां दे कीते मंदे कर्मां दा जिहड़ा कारज सी, भाव विकारां दे संस्कारां दा जिहड़ा इकट्ठ सी वो मुक गया, भैड़ी सुरत का नाश हो गया। वो मंदा कर्मां दी जिहड़ी कैद दे विचों निकल पे, जिहड़े मन दे विच बुरे फुरने सी, मोह दे फुरने, फूटो आंडा भरम का, जिहड़ा भरम का आंडा, मोह का आंडा मजबूर करदा सी भी नहीं मैं अपने बच्चों के लिए आ करना, उन्होंने आ लैके देना, तो मैं आ कर सकदा। अपराधी बन गया सी बंदा, मोह दे विच फस गया, ते उस अपराधी मोह की कैद दे विचों जीवन आजाद हो गया। सागर ते कंढे चढ़े गुरकीने धर्मां ते जिन्हां मनुखां दे उत्ते गुरु ने उपकार कर दिता, वो संसार समुद्र दे विचों डुबण तो बच के कंढे दे उत्ते पहुंच गए, जीवन का पार उतारा हो गया, किनारा मिल गया। सच थान सच बैठका, सच सूआ बनाया। उस मनुख ने सदा थिर रह के हर नाम नूं अपनी जिंदगी का मनोरथ बना लिया, ते सदा थिर रहण वाले परमात्मा के बचन नूं, परमात्मा के चरण नूं आत्मिक रहैश की थां बना लिया, बैठक बना लिया। सच पूंजी सच वखरो, नानक घर पाया। हे नानक, जिस उत्ते गुरु ने मेहर की, उसने अपने हिरदे घर दे विच सदा कायम रहने वाला नाम सरमाया लभ लिया। सच का खजाना जिंदगी दे विचों लभ गया, सदा कायम रहने वाला नाम का सौदा प्राप्त कर लिया। फूटो आंडा भरम का, ए मन हर जी त्याय तू, एक मन एक चित पाए। तो ये अवस्था मिली कितों? ये अवस्था मिली जिदा पूर्ण रूप दे विच समर्पित होके प्रभु पति परमात्मा की आराधना की। भगत कबीर जी का अज का जिहड़ा वचन है उहदे विच भी यही बयान करते हैं, एक उच्च आत्मिक अवस्था किदां हासिल की जा सकती। जो मैं रूप किए बहु तेरे, अब फुन रूप ने हुई माया दे मोह दे विच फस के, जिहड़े कई जन्मां दे विच मैं फिरदा सी, हुण वो जन्म मरण का गेड़ मुक गया। क्यों? ये मन हर जी त्याय तो एक मन एक चित पाए, भाव पूर्ण समर्पित होके मालक की आराधना जिंदगी दे विच कीती। तागा तंत साज सब थागा, राम नाम बस होई। मेरे मन का मोह का धागा, मोह की तार अते मोह के सारे अडंबर सब मुक गए। हुण मेरा मन परमात्मा के नाम दे विच वस गया। फूटो आंडा भरम का, हुण आजाद हस्ती वाला जीवन। अब मोए नाचनो न आवे, हुण इशारियां ते नचदा नहीं बंदा। इशारे माया दे इशारे बंदे नूं नचाउंदे आ ना, भी तेरा गवांढी एक गड्डी लिया बड़ी वड्डी ते तू भी लिया, मन बड़ा तड़फाउंदा है। ये बलबला कित्थों पैदा हुंदा मन दे विच भी, फलाने कोले गड्डी आ गई आ तू भी लिया, ते बंदा हुण रस्ता चुनदा भी मेरे कोल तां पैसे नहीं, मैं गड्डी लवां किदां। कोई गल नहीं, तेरे कोले तेरा घर आ, जमीन आ, तेरे गहने घर वाली दे चक के बैंक दे विच रखिया गिरवी, करजा चक ला। बड़ी वधिया स्कीम है भाई, बंदा मन के पिछे लग गया तो बड़ी वधिया स्कीम है, जुगती बड़ी वधिया। देखो किदां एक मन बंदे नूं भटका रहा। भरम का जो आंडा चढ़िया हुए ना, तो आज़ादी नाल नहीं जी सकता। तेरे गवांढी ने गड्डी लिया दी, तू फिक्का पै गया, वो वे गड्डी ते जांदा रिश्तेदारी दे विच, ते तू बसां ते चढ़िया फिरदा, शर्म नहीं आउंदी? मैनू भी लियानी चाहिए। फिर मन के पिछे भजया, चक्या घर वाली दे गहने, चक्की मकान की रजिस्ट्री, चक्के जमीन के कागज चक के बैंक सुट दिते, लो भाई मैनू कर्जा दे दिओ। समर्थता तो ज़्यादा कर्जा चक लिया, तो फिर गड्डी भी छोटी नहीं। जे गवांढी ने 20 लाख की लिया तो 25 की लिया के साल ले आती, कोई गल नहीं, कर्जा दे दिता। हुण मोड़ना किद्दां है? हुण दिन प्रति दिन मानसिक चिंतन के नाल जूझ रहा, मानसिक रोगी बन गया। बैंक वाले रोज़ आके खड़ जाते हैं, मैसेज आ जाता है, भाई तुहाडी किश्त आ गई है भरो। हुण कदे किसी तो मत मंगदा, कसे किसी तो मत मंगदा, भाव अपने जीवन का बेड़ा गर्क करके रख लिया। जिहड़ा सुख शांति दे नाल जिंदगी बतीत कर रहा सी, मोह के आंडे दे विच ग्रस्त होकर, भाव मन ने ऐसा भटकाया, ऐसे बुरे रस्ते ते तोरिया, खचित हो गया। कर्जा नहीं भरिया गया, बैंक आ गया, घर बार की सारी नीलामी कर दी, बेघर हो गया, सड़क ते आ गया, जिंदगी तबाह हो गई। ये किद्दां होया? क्योंकि तृष्णा के पिछे भजया बंदा।
ਤੇ ਹੁਣ ਅੱਬ ਮੋਹੇ ਨਾਚਣੋਂ ਨਾ ਆਵੇ। ਜਦੋਂ ਮਾਲਕ ਨੇ ਮਿਹਰਤ ਕੀਤੀ, ਫੂਟੋ ਆਂਡਾ ਭਰਮ ਕਾ, ਜਦੋਂ ਭਰਮ ਦਾ ਆਂਡਾ ਟੁੱਟ ਗਿਆ, ਸੱਚੇ ਗੁਰੂ ਦਾ ਗਿਆਨ ਆ ਗਿਆ, ਹੁਣ ਮੈਂ ਮਨ ਦੇ ਪਿੱਛੇ ਨੱਚਦਾ ਨਹੀਂ। ਬੜਾ ਕੁਝ ਕਹਿੰਦਾ ਮਨ ਵੀ ਆਹ ਕਰ ਉਹ ਕਰ, ਹੁਣ ਮਨ ਦੀਆਂ ਭਾਵਨਾਵਾਂ ਮੈਨੂੰ ਪ੍ਰਭਾਵਿਤ ਨਹੀਂ ਕਰ ਸਕਦੀਆਂ, ਕਿਉਂਕਿ ਗੁਰੂ ਨੇ ਵਿਵੇਕ ਬਖਸ਼ ਦਿੱਤਾ ਵੀ ਭਲਿਆ ਮਾਨਸਾ ਕੋਈ ਗੱਲ ਨਹੀਂ, ਜੋ ਮਾਲਕ ਨੇ ਦਿੱਤਾ ਸ਼ੁਕਰ ਹੈ ਉਹਦੇ ਵਿੱਚ, ਸ਼ੁਕਰਾਨਾ ਰੱਬ ਦਾ। ਮੇਰਾ ਮਨ ਮੰਦਰੀਆ ਨੇ ਬਜਾਵੇ, ਹੁਣ ਮੇਰਾ ਮਨ ਇਹ ਮਾਇਆ ਦੇ ਮੂੰਹ ਦੀ ਢੋਲਕੀ ਨਹੀਂ ਵਜਾਉਂਦਾ। ਕਾਮ ਕ੍ਰੋਧ ਮਾਇਆ ਲੈ ਜਾਰੀ, ਤ੍ਰਿਸ਼ਨਾ ਗਾਗਰ ਫੂਟੀ। ਪ੍ਰਭੂ ਦੀ ਕਿਰਪਾ ਦੇ ਨਾਲ ਮੈਂ ਕਾਮ ਕ੍ਰੋਧ ਤੇ ਮਾਇਆ ਦੇ ਪ੍ਰਭਾਵ ਨੂੰ ਸਾੜ ਦਿੱਤਾ। ਮੇਰੇ ਅੰਦਰੋਂ ਤ੍ਰਿਸ਼ਨਾ ਦੀ ਮਟਕੀ ਟੁੱਟ ਗਈ। ਤ੍ਰਿਸ਼ਨਾ ਦੀ ਮਟਕੀ ਸੀ ਨਾ ਵੀ ਫਲਾਣੇ ਨੇ ਗੱਡੀ ਲਿਆਂਦੀ ਮੈਂ ਵੀ ਲੈ ਕੇ ਆਵਾਂ, ਉਹਨੇ ਐਡਾ ਵੱਡਾ ਘਰ ਬਣਾ ਲਿਆ ਮੈਂ ਵੀ ਬਣਾਵਾਂ। ਇਹ ਤ੍ਰਿਸ਼ਨਾ ਦੀ ਜਿਹੜੀ ਮਟਕੀ ਸੀ, ਇਹ ਢੋਲਕੀ ਸੀ, ਇਹ ਟੁੱਟ ਗਈ, ਖਤਮ ਹੋ ਗਈ। ਕਿਹਨੇ ਤੋੜੀ? ਗੁਰੂ ਦੇ ਸ਼ਬਦ ਨੇ ਗਿਆਨ ਖੜਕ ਬਖਸ਼ ਕੇ ਤਲਵਾਰ ਦੇ ਨਾਲ ਮੋਹ ਦਾ ਅੰਤ ਕਰ ਦਿੱਤਾ ਤੇ ਗਿਆਨ ਮਿਲ ਗਿਆ। ਭਾਈ ਨਹੀਂ, ਸ਼ੁਕਰ ਦੇ ਨਾਲ ਜ਼ਿੰਦਗੀ ਬਤੀਤ ਕਰ। ਹੁਣ ਜ਼ਿੰਦਗੀ ਸੁੱਖਾਂ ਦੇ ਨਾਲ ਭਰੀ ਹੈ, ਕੋਈ ਗੱਲ ਨਹੀਂ। ਜੇ ਕੋਈ ਪੜੋਸੀ ਕੋਲੇ ਗੱਡੀ ਹੈ ਤੇ ਕੋਈ ਗੱਲ ਨਹੀਂ, ਖੁਸ਼ ਹੈ, ਸ਼ੁਕਰ ਹੈ। ਮੈਨੂੰ ਮਾਲਕ ਨੇ ਜੋ ਵੀ ਦਿੱਤਾ ਮੈਂ ਉਹਦੇ ਵਿੱਚ ਸ਼ੁਕਰਾਨਾ ਕਰਕੇ ਆਪਣੀ ਜ਼ਿੰਦਗੀ ਨੂੰ ਸੁੱਖਾਂ ਦੇ ਨਾਲ ਬਤੀਤ ਕਰ ਰਿਹਾ। ਤ੍ਰਿਸ਼ਨਾ ਦੇ ਵਿੱਚ ਫਸ ਕੇ ਕਦੇ ਆਪਣੇ ਜੀਵਨ ਦਾ ਬੇੜਾ ਗਰਕ ਨਹੀਂ ਕਰਦਾ। ਕਾਮ ਕ੍ਰੋਧ ਮਾਇਆ ਲੈ ਜਾਰੀ, ਤ੍ਰਿਸ਼ਨਾ ਗਾਗਰ ਫੂਟੀ। ਕਾਮ ਚੋਲਨਾ ਭਇਆ ਹੈ ਪੁਰਾਨਾ, ਗਿਆ ਭਰਮ ਸਭ ਝੂਠੀ। ਮੇਰਾ ਕਾਮ ਦਾ ਜਿਹੜਾ ਕੋਝਾ ਚੋਲਾ ਸੀ ਹੁਣ ਪੁਰਾਣਾ ਹੋ ਗਿਆ, ਭਟਕਣਾ ਮੁੱਕ ਗਈ। ਮੁੱਕਦੀ ਗੱਲ ਹੈ ਕਿ ਸਾਰੀ ਮਾਇਆ ਦੀ ਖੇਡ ਹੀ ਖਤਮ ਹੋ ਗਈ, ਵਿਕਾਰਾਂ ਤੋਂ ਖਲਾਸੀ ਮਿਲ ਗਈ, ਜੀਵਨ ਖਾਲਸੇ ਵਾਲਾ ਬਣ ਗਿਆ। ਖਾਲਸੇ ਦਾ ਭਾਵ ਕਿ ਖਾਲਸ ਸ਼ੁੱਧ, ਮਿਲਾਵਟ ਤੋਂ ਰਹਿਤ, ਸਿਰਫ ਪਰਿਪੂਰਨ ਪਰਮਾਤਮਾ ਤੇ ਆਸ ਰੱਖਣ ਵਾਲਾ ਤੇ ਸੱਚ ਦੇ ਰਾਹ ਤੇ ਤੁਰਨ ਲੱਗਿਆ। ਉਹ ਆਪਣਾ ਮੰਦਾ ਚੰਗਾ ਨਹੀਂ ਵਿਚਾਰਦਾ, ਸਭ ਕੁਝ ਕੁਰਬਾਨ ਕਰ ਦੇਣ ਵਾਲਾ ਉਹ ਖਾਲਸਾ। ਉਹ ਖਾਲਸਾ ਹੀ ਜੀਵਨ ਮਿਲ ਗਿਆ ਗੁਰੂ ਤੋਂ। ਸਰਬਭੂਤ ਏਕੈ ਕਰ ਜਾਣਿਆ, ਝੁਕੇ ਬਾਦ ਵਿਵਾਦਾ। ਮੈਂ ਸਾਰੇ ਜੀਵਾਂ ਦੇ ਵਿੱਚ ਹੁਣ ਇੱਕ ਪਰਮਾਤਮਾ ਨੂੰ ਵਸਦਾ ਸਮਝ ਲਿਆ। ਇਸ ਵਾਸਤੇ ਜਿਹੜੇ ਮੇਰੇ ਮਨ ਦੇ ਵੈਰ ਵਿਰੋਧਤਾ ਤੇ ਈਰਸ਼ਾ ਵਾਲੇ ਭਾਵ ਸੀ ਉਹ ਖਤਮ ਹੋ ਗਏ। ਹੁਣ ਸਾੜਾ ਨਹੀਂ ਹੈ ਕਿਸੇ ਦੀ ਖੁਸ਼ੀ ਤੋਂ। ਹੁਣ ਕਿਸੇ ਦੀ ਖੁਸ਼ੀ ਵੇਖ ਕੇ ਮੇਰਾ ਮਨ ਮੱਚਦਾ ਨਹੀਂ, ਸੜਦਾ ਨਹੀਂ ਵੀ ਫਲਾਣੇ ਬੰਦੇ ਕੋਲੇ ਦੌਲਤ ਕਿਉਂ, ਉਹ ਖੁਸ਼ ਕਿਉਂ, ਉਹ ਸੁੱਖਾਂ ਦੇ ਵਿੱਚ ਕਿਉਂ। ਕਿਉਂਕਿ ਇਹ ਜਿਹੜਾ ਸਾੜਾ ਹੈ ਨਾ ਤ੍ਰਿਸ਼ਨਾ ਦੀ ਅੱਗ, ਮੈਂ ਉਦੋਂ ਵੀ ਬੇਨਤੀ ਕੀਤੀ ਸੀ ਵੀ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਕਈ ਵਾਰ ਜੀ ਆਪਣੇ ਦੁੱਖ ਦੁਖੀ ਨਹੀਂ ਕਰਦੇ ਜਿੰਨੇ ਕਿਸੇ ਦੇ ਸੁੱਖ ਦੁਖੀ ਕਰ ਦਿੰਦੇ ਆ। ਸੁੱਖ ਕਿਉਂ ਦੁਖੀ ਕਰਦੇ ਆ? ਕਿਉਂਕਿ ਉਹਦੇ ਕੋਲੇ ਸੁੱਖ ਹੈ। ਅਸੀਂ ਚਾਹੁੰਦੇ ਵੀ ਅਸੀਂ ਤਾਂ ਸੁਖੀ ਹੋਈਏ, ਸਾਡੇ ਕੋਲੇ ਵੱਡਾ ਘਰ ਹੋਵੇ ਤੇ ਬਾਕੀ ਸਾਰੇ ਸਾਡੀ ਅਧੀਨਤਾ ਦੇ ਵਿੱਚ ਰਹਿਣ। ਇਹੀ ਹਾਲ ਹੁੰਦਾ ਵੀ ਜਦੋਂ ਕਿਸੇ ਵਕਤ ਕੋਈ ਹੁੰਦਾ ਵੀ ਸਾਡੇ ਨਾਲ ਰਿਸ਼ਤੇਦਾਰ ਕੋਈ ਜਿਹਨੇ ਗਰੀਬੀ ਕੱਟੀ ਹੁੰਦੀ ਹੈ ਤੇ ਇੱਕ ਜਣਾ ਜਦੋਂ ਬਾਹਰ ਚਲਾ ਜਾਂਦਾ ਹੈ, ਬਾਹਰ ਜਾਣ ਤੋਂ ਬਾਅਦ ਜਦੋਂ ਉਹਨੂੰ ਅਸੀਂ ਕਈ ਵਾਰੀ ਜੇ ਕਹਿ ਦਈਏ ਨਾ ਸਹਿਜ ਸਫਾਈ ਵੀ ਸਾਡੇ ਬੱਚਿਆਂ ਨੂੰ ਵੀ ਕੰਮ ਬਣਾ ਦੇ, ਬਾਹਰ ਕੱਢ ਦੇ, ਨਾ ਜੀ ਕਿੱਥੇ ਸੌਖਾ, ਸਾਡੇ ਹੱਥ ਵਸ ਕਿੱਥੇ ਹੈ। ਭਾਵ ਮਨ ਦੇ ਵਿੱਚ ਈਰਸ਼ਾ ਵੀ ਹੁਣ ਇਹ ਮੇਰੇ ਬਰਾਬਰ ਨਾ ਆ ਜਾਣ। ਫਿਰ ਜੇ ਇਹ ਮੇਰੇ ਬਰਾਬਰ ਦੇ ਹੋ ਗਏ ਤੇ ਜਦੋਂ ਮੈਂ ਸਾਲ ਬਾਅਦ ਜਦੋਂ ਘਰੇ ਜਾਣਾ ਤੇ ਮੇਰੀ ਵਾਹੀ ਮੇਰੇ ਅੱਗੇ ਰਸਗੁੱਲਿਆਂ ਦੀ ਪਲੇਟਾਂ ਕੌਣ ਰੱਖੇਗਾ? ਮੇਰੇ ਆਲੇ ਦੁਆਲੇ ਚਾਹਾਂ ਦੇ ਕੱਪ ਪਟਰੀਆਂ ਕੌਣ ਲਈ ਫਿਰੂਗਾ? ਵੀ ਇਹ ਕਦਰ ਕਿੱਦਾਂ ਹੋਏਗੀ? ਕਦਰ ਤਾਂ ਹੀ ਹੈ ਨਾ ਵੀ ਬਾਹਰ ਦਾ ਰਿਸ਼ਤੇਦਾਰ ਅਮਰੀਕਾ ਵਾਲਾ ਆ, ਉਹਦੇ ਵਾਸਤੇ ਲਾਚੀਆਂ ਵਾਲੀ, ਤੇ ਘਰ ਦੇ ਵਿਚਾਰੇ ਬਜ਼ੁਰਗ ਨੂੰ ਕੋਈ ਗੁੜ ਵਾਲੀ ਚਾਹ ਵੀ ਨਹੀਂ ਦਿੰਦਾ। ਉਹ ਘਰ ਦੇ ਕਿਹਨੇ ਕੀ ਲੈਣਾ? ਗੱਲ ਤਾਂ ਸਾਰੀ ਤ੍ਰਿਸ਼ਨਾ ਦੀ, ਇਹ ਮਾਇਆ ਦੀ ਖੇਡ ਹੈ। ਉਹ ਲਾਚੀਆਂ ਵਾਲੀ ਚਾਹ ਕਿਉਂ ਬਣ ਰਹੀ ਹੈ? ਉਹ ਇੱਕ ਸਿਫਾਰਿਸ਼ ਹੈ, ਇੱਕ ਰਿਸ਼ਵਤ ਹੈ, ਇੱਕ ਤਰ੍ਹਾਂ ਦੀ। ਅਸੀਂ ਰਿਸ਼ਵਤ ਦੇ ਰਹੇ ਹਾਂ ਵੀ ਲੈ ਭਾਈ ਰਸਗੁੱਲੇ ਖਾ, ਤੂੰ ਖੁਸ਼ ਹੋ ਤੇ ਤੇਰਾ ਮਨ ਖੁਸ਼ ਹੋ ਗਿਆ ਤੇ ਕੀਮਤਾਂ ਤੂੰ ਸਾਡੇ ਜਵਾਕਾਂ ਦੇ ਤੂੰ ਕੰਮ ਕਰ ਦੇਵੇਂ। ਤੇ ਉਹਦੇ ਮਨ ਦੇ ਵਿੱਚ ਵੀ ਤ੍ਰਿਸ਼ਨਾ, ਉਹ ਵੀ ਬੜੀ ਟੌਰ ਦੇ ਨਾਲ ਮੁੱਛਾਂ ਨੂੰ ਵੱਟ ਚਾੜ ਕੇ ਆਉਂਦਾ ਵੀ ਫਲਾਣੇ ਦੇ ਘਰੇ ਜਾਈਏ ਚੰਗੀ ਸੇਵਾ ਕਰਨਗੇ। ਕਿਉਂ? ਕਿਉਂਕਿ ਉਹਨੂੰ ਵੀ ਪਤਾ ਵੀ ਉਹਨਾਂ ਨੂੰ ਮੇਰੇ ਤੋਂ ਲਾਲਚ ਹੈ, ਗਰਜ ਹੈ, ਉਹ ਸਾਡੀ ਗਰਜ ਦਾ ਫਾਇਦਾ ਚੱਕਦਾ ਹੈ। ਇਹ ਸਾਰੀ ਮਾਇਆ ਦੀ ਖੇਡ ਹੀ ਮੁੱਕ ਗਈ। ਆਸਾ ਮਨਸਾ ਸਗਲ ਤਿਆਗ ਹੈ। ਹਜੂਰ ਦੇ ਬਚਨ ਸਰਬਪੂਤ। ਹੁਣ ਜਿਹੜੀ ਈਰਸ਼ਾ ਵਾਲਾ ਭਾਵ ਖਤਮ ਹੋ ਗਿਆ, ਵੈਰ ਵਿਰੋਧਤਾ ਖਤਮ ਹੋ ਗਈ, ਰੱਬ ਵਸਿਆ ਦਿਖ ਗਿਆ ਜ਼ਿੰਦਗੀ ਦੇ ਵਿੱਚ, ਸ਼ੁਕਰਾਨਾ ਆ ਗਿਆ। ਕਹੈ ਕਬੀਰ ਮੈਂ ਪੂਰਾ ਪਾਇਆ ਭਏ ਰਾਮ ਪ੍ਰਸਾਦਾ। ਕਬੀਰ ਜੀ ਆਖਦੇ ਨੇ ਮੇਰੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਗਈ, ਮੈਨੂੰ ਪੂਰਨ ਪਰਮਾਤਮਾ ਮਿਲ ਗਿਆ ਤੇ ਮੈਨੂੰ ਸੱਚਾ ਜੀਵਨ ਜੀਣ ਦੀ ਜੁਗਤ ਮਿਲ ਗਈ। ਰੱਬ ਫੂਟੋ ਆਂਡਾ ਭਰਮ ਕਾ ਮਨੇ ਪਿਆ ਪ੍ਰਗਾਸਾ। ਹੁਣ ਮਨ ਦੇ ਵਿੱਚ ਆਨੰਦ ਹੈ, ਭਰਮ ਦੇ ਆਂਡੇ ਟੁੱਟ ਗਏ, ਮਾਇਆ ਦਾ ਮੋਹ ਟੁੱਟ ਗਿਆ, ਤ੍ਰਿਸ਼ਨਾਵਾਂ ਟੁੱਟ ਗਈ। ਜਿਹੜਾ ਮਨ ਭੱਜੂ ਕਰਦਾ ਸੀ ਵੀ ਜੇ ਮੈਂ ਬੈਂਕ 'ਚ ਨੌਕਰੀ ਨਾ ਲੱਗਿਆ ਤੇ ਪਤਾ ਨਹੀਂ ਮੇਰੀ ਜ਼ਿੰਦਗੀ ਦਾ ਕੀ ਹੋ ਜਾਣਾ। ਕਿ ਇੱਕ ਜੁੱਤੀਆਂ ਗੰਢਣ ਵਾਲਾ ਮੋਚੀ ਆਪਣੇ ਪਰਿਵਾਰ ਦਾ ਗੁਜ਼ਾਰਾ ਨਹੀਂ ਚਲਾਉਂਦਾ, ਉਹ ਆਪਣੇ ਬੱਚਿਆਂ ਦੇ ਲਈ ਰੋਟੀ ਦਾ ਇੰਤਜ਼ਾਮ ਨਹੀਂ ਕਰਦਾ।
ਆ ਬਾਹਰ ਤੁਸੀਂ ਹੁਣੇ ਬਾਜ਼ਾਰ 'ਚ ਜਾਇਓ ਤੇ ਰੇਹੜੀਆਂ ਠੇਲੇ ਲਾਏ ਹੋਏ ਨੇ ਸਬਜ਼ੀਆਂ ਵਾਲਿਆਂ ਨੇ, ਕੀ ਇਹ ਆਪਣੇ ਪਰਿਵਾਰ ਦਾ ਗੁਜ਼ਾਰਾ ਨਹੀਂ ਕਰਦੇ? ਇੱਕ ਮਜ਼ਦੂਰ ਆਪਣੇ ਘਰੋਂ ਨਿਕਲਦਾ, ਸ਼ਾਮ ਤੱਕ ਉਹ ਆਪਣਾ ਪਿੰਡਾ ਸਾੜ ਕੇ ਘਰ ਦੇ ਵਿੱਚ ਆਉਂਦਾ, ਕਿ ਉਹ ਵੀ ਆਪਣੇ ਪਰਿਵਾਰ ਦੇ ਲਈ ਰੋਟੀ ਦਾ ਇੰਤਜ਼ਾਮ ਕਰ ਲੈਂਦਾ। ਜ਼ਰੂਰੀ ਤਾਂ ਨਹੀਂ ਹੈ ਵੀ ਕਿਸੇ ਵੱਡੇ ਅਫਸਰ ਦੇ ਅਹੁਦੇ ਤੇ ਬੈਠ ਕੇ ਅਸੀਂ ਸਾਡੇ ਜੀਵਨ ਨੂੰ ਸੁੱਖ ਮਿਲਣਾ। ਸੁੱਖ ਤਾਂ ਸਬਰ ਤੇ ਸ਼ੁਕਰ ਦੇ ਨਾਲ ਮਿਲਣਾ। ਠੀਕ ਹੈ, ਚੰਗੀ ਗੱਲ ਹੈ, ਬੰਦਾ ਮਿਹਨਤ ਕਰਦਾ, ਰਸਤਾ ਸਹੀ ਚੁਣਿਆ ਜਾਵੇ। ਜ਼ਰੂਰੀ ਨਹੀਂ ਹੈ ਵੀ ਉਸ ਪਦਵੀ ਤੇ ਇੱਕ ਜੇ ਵੱਡੇ ਕਲੈਕਟਰ ਦੀ ਪੋਸਟ ਤੇ ਬੈਠ ਕੇ ਜਿੱਥੇ ਲੱਖ 1.5 ਲੱਖ ਰੁਪਏ ਤਨਖਾਹ ਹੋਵੇ ਤੇ ਫਿਰ ਹੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਆਵੇਗੀ। ਬਿਲਕੁਲ ਨਹੀਂ। ਹੋ ਸਕਦਾ ਹੈ ਵੀ ਉਸ ਪਦਵੀ ਤੇ ਪਹੁੰਚਣ ਤੋਂ ਬਾਅਦ ਜ਼ਿੰਮੇਵਾਰੀਆਂ ਇੱਦੀਆਂ ਵੱਧ ਜਾਣ ਵੀ ਬੰਦਾ ਰੋਟੀ ਖਾਣੀ ਭੁੱਲ ਜਾਵੇ, ਪਾਣੀ ਪੀਣਾ ਹੀ ਭੁੱਲ ਜਾਵੇ, ਆਪਣੇ ਪਰਿਵਾਰ ਨੂੰ ਮਿਲਣਾ ਹੀ ਭੁੱਲ ਜਾਵੇ। ਇਹੀ ਤਾਂ ਹੁੰਦਾ ਹੈ ਜਿੱਥੇ ਅਸੀਂ ਪਰਿਵਾਰ ਦੇ 4 ਜੀ ਬੈਠ ਕੇ ਰੋਜ਼ਾਨਾ ਸ਼ਾਮ ਨੂੰ ਰੋਟੀ ਖਾਂਦੇ, ਬੰਦਾ ਲਾਲਚ ਕਰਕੇ ਵਿਦੇਸ਼ਾਂ ਦੇ ਵਿੱਚ ਚਲਾ ਜਾਂਦਾ ਹੈ। 10 ਸਾਲ 15 ਸਾਲ ਸਾਡੀ ਰਿਸ਼ਤੇਦਾਰੀ ਦੇ ਵਿੱਚ ਐਸੇ ਬੰਦੇ ਨੇ ਜਿਹੜੇ ਐਡੇ ਐਡੇ ਬੱਚਿਆਂ ਨੂੰ ਇੱਥੇ ਛੱਡ ਕੇ ਗਏ ਸੀ। 20 ਸਾਲ ਹੋ ਗਏ, 22 ਸਾਲ, ਅਜੇ ਤੱਕ ਉਹ ਸਾਡੇ ਪਰਿਵਾਰ ਦਾ ਬੰਦਾ ਬਾਹਰ ਬੈਠਾ ਹੈ। ਐਡਾ ਮਜਬੂਰ ਹੈ, ਬੱਚੇ ਵੱਡੇ ਹੋ ਕੇ ਵਿਆਹ ਹੋ ਕੇ ਦਿਨ ਪ੍ਰਤੀ ਦਿਨ ਵੀਡੀਓ ਕਾਲ ਤੇ ਅੱਖਾਂ ਭਰ ਜਾਂਦੀਆਂ ਨੇ, ਰੋਂਦਾ, ਆਪਣੇ ਪਰਿਵਾਰ ਨੂੰ ਮਿਲ ਨਹੀਂ ਸਕਦਾ। ਫਿਰ ਕੀ ਪੈਸੇ ਨੇ ਸੁੱਖ ਦੇ ਦਿੱਤਾ? ਦਿਨ ਪ੍ਰਤੀ ਦਿਨ ਜਿਹੜੀ ਆਤਮਾ ਸੜਦੀ ਹੋਵੇ। ਬਾਣੀ ਅਸੀਂ ਪੜ੍ਹਦੇ ਹਾਂ, ਅਸੀਂ ਯਕੀਨਨ ਗੁਰੂ ਘਰ ਆਉਂਦੇ ਹਾਂ, ਲੇਕਿਨ ਜਦੋਂ ਭਰਮ ਦਾ ਆਂਡਾ ਨਹੀਂ ਟੁੱਟਿਆ ਨਾ, ਉਹਨਾਂ ਚਿਰ ਸਾਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਮੈਂ ਆਖਰੀ ਉਦਾਹਰਣ ਦੇ ਕੇ ਸਮਾਪਤੀ ਕਰਾਂ। ਇੱਕ 4-5 ਸ਼ਰਾਬੀ ਬੰਦੇ ਨਦੀ ਦੇ ਕਿਨਾਰੇ ਪਹੁੰਚੇ, ਉਹ ਬੇੜੀ ਦੇ ਵਿੱਚ ਬੈਠਣ ਲੱਗੇ। ਉਹਨਾਂ ਨੇ ਨਦੀ ਪਾਰ ਕਰ ਲਈ ਸੀ, ਰਾਤ ਹਨੇਰੀ, ਨਦੀ ਪਾਰ ਕਰਨੀ ਹੈ ਤੇ 5 ਸ਼ਰਾਬੀ ਨੇ ਨਸ਼ੇ ਦੀ ਹਾਲਤ ਵਿੱਚ ਧੁੱਤ ਹੋਏ, ਬਹੁਤ ਬੁਰੀ ਤਰ੍ਹਾਂ ਨਸ਼ਾ ਕੀਤਾ ਹੋਇਆ। ਹੁਣ ਔਖੇ ਸੌਖੇ ਬੇੜੀ ਦੇ ਵਿੱਚ ਬੈਠ ਕੇ ਤੇ ਚੱਪੂ ਮਾਰਨੇ ਸ਼ੁਰੂ ਕਰ ਦਿੱਤੇ 5 ਜਣਿਆਂ ਨੇ। ਦਿਨ ਚੜ ਗਿਆ, ਹੌਲੀ ਹੌਲੀ ਨਸ਼ਾ ਜਦੋਂ ਉਤਰਨ ਲੱਗਾ, ਹੋਸ਼ ਆਈ ਤੇ ਅੱਖਾਂ ਤੇ ਪਾਣੀ ਮਾਰਿਆ ਤੇ ਕਹਿੰਦੇ ਵੇਖੋ ਯਾਰ ਕਿੱਥੇ ਪਹੁੰਚ ਗਏ, ਸਾਰੀ ਰਾਤ ਹੋ ਗਈ ਚੱਪੂ ਮਾਰਦਿਆਂ ਨੂੰ। ਧਿਆਨ ਮਾਰਿਆ ਤੇ ਉਸੇ ਕਿਨਾਰੇ ਤੇ ਖੜੇ ਨੇ, ਬੇੜੀ ਅੱਗੇ ਵਧੀ ਨਹੀਂ। ਇਹ ਹੁਣ ਕਾਰਨ ਕੀ ਬਣਿਆ? ਸੋਚਣ ਪੈ ਗਏ ਵੀ ਅਸੀਂ ਤਾਂ ਚੱਪੂ ਮਾਰੀ ਜਾਂਦੇ ਸਾਰੀ ਰਾਤ ਦੇ, ਇਹ ਵੀ ਗੱਲ ਨਹੀਂ ਵੀ ਅਸੀਂ ਮਿਹਨਤ ਨਹੀਂ ਕੀਤੀ, ਚੱਪੂ ਮਾਰੇ ਆ, ਲੇਕਿਨ ਬੇੜੀ ਅੱਗੇ ਕਿਉਂ ਨਹੀਂ ਗਈ? ਧਿਆਨ ਮਾਰਿਆ ਤੇ ਵੇਖਿਆ ਵੀ ਬੇੜੀ ਕਿਨਾਰੇ ਤੇ ਖੁੰਡੇ ਨਾਲ ਬੰਨੀ ਹੋਈ ਹੈ, ਕਿੱਲੇ ਦੇ ਨਾਲ, ਸੰਗਲ ਨਹੀਂ ਖੋਲਿਆ। ਬਸ ਇਹੀ ਹਾਲਾਤ ਸਾਡੇ ਜੀਵਨ ਦੀ ਹੈ। ਇੱਕ ਤਾਂ ਅਸੀਂ ਅਗਿਆਨਤਾ ਦੇ ਨਸ਼ੇ ਦੇ ਵਿੱਚ ਡੁੱਬੇ ਹੋਏ ਹਾਂ, ਜਿੱਦਾਂ ਉਹਨਾਂ ਨੇ ਸ਼ਰਾਬੀਆਂ ਨੇ ਨਸ਼ਾ ਕੀਤਾ ਹੋਇਆ ਸੀ। ਅਗਿਆਨਤਾ ਦੇ ਹਨੇਰੇ ਦੇ ਵਿੱਚ ਅਸੀਂ ਡੁੱਬੇ ਹੋਏ ਹਾਂ। ਦੂਸਰੀ ਸਭ ਤੋਂ ਵੱਡੀ ਗੱਲ ਕਿ ਮੋਹ ਦੇ ਸੰਗਲਾਂ ਨੇ ਸਾਡੇ ਜੀਵਨ ਦੀ ਬੇੜੀ ਨੂੰ ਜਕੜ ਰੱਖਿਆ। ਚੱਪੂ ਕਿਹੜੇ ਨੇ? ਚੱਪੂ ਅਸੀਂ ਮਾਰਦੇ ਹਾਂ, ਅਸੀਂ ਪੁੰਨ ਵੀ ਕਰਦੇ ਹਾਂ, ਭਜਨ ਵੀ ਕਰਦੇ ਹਾਂ, ਗੁਰਦੁਆਰੇ ਵੀ ਆਉਂਦੇ, ਮੱਥੇ ਵੀ ਟੇਕਦੇ ਹਾਂ, ਸੰਗਰਾਂਦ ਤੇ ਹਾਜ਼ਰੀ ਭਰਦੇ ਹਾਂ, ਸਮਾਗਮਾਂ ਤੇ ਆਉਂਦੇ ਹਾਂ, ਪਾਠ ਵੀ ਕਰਦੇ ਹਾਂ, ਪੋਥੀਆਂ ਲੈ ਜਾਂਦੇ ਗ੍ਰੰਥੀ ਸਿੰਘ ਜੀ ਕੋਲੋਂ, ਸਹਿਜ ਪਾਠ ਕਰਦੇ ਹਾਂ, ਲੇਕਿਨ ਜ਼ਿੰਦਗੀ ਉੱਥੇ ਦੀ ਉੱਥੇ ਖੜੀ ਹੈ। ਕਾਰਨ ਕੀ ਹੈ? ਕਿਉਂਕਿ ਜਿੰਨਾ ਚਿਰ ਇਹ ਭਰਮ ਦਾ ਆਂਡੇ ਦੇ ਵਿੱਚ, ਜਿੰਨਾ ਚਿਰ ਆਂਡੇ ਦੇ ਵਿੱਚ ਬੱਚਾ ਕੈਦ ਹੋਵੇ ਨਾ, ਤੇ ਉਹ ਬਾਹਰ ਉਡਾਰੀ ਨਹੀਂ ਮਾਰ ਸਕਦਾ। ਭਾਵ ਭਰਮ ਦਾ ਆਂਡਾ ਨਹੀਂ ਟੁੱਟਿਆ। ਤੇ ਆਂਡਾ ਟੁੱਟੇਗਾ ਕਿੱਦਾਂ? ਇਹ ਮਨ ਹਰਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ। ਭਾਵ ਪੂਰਨ ਸਮਰਪਿਤ ਹੋ ਕੇ। ਫਿਰ ਵਡਿਆਈਆਂ ਦੀ ਆਸ ਨਾ ਕਰ, ਫਿਰ ਪਦਾਰਥਾਂ ਦੀ ਆਸ ਨਾ ਕਰ, ਪੂਰਨ ਰੂਪ ਦੇ ਵਿੱਚ ਸਮਰਪਿਤ ਹੋ ਕੇ ਪਰਿਪੂਰਨ ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁੜ ਜਾ। ਮਾਲਕ ਭਰਮ ਦੇ ਆਂਡੇ ਨੂੰ ਤੋੜ ਕੇ ਤੈਨੂੰ ਆਜ਼ਾਦ ਹਸਤੀ ਵਾਲਾ ਜੀਵਨ ਬਖਸ਼ ਦੇਵੇਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੋ ਅੱਜ ਦੀ ਵਿਚਾਰ ਨੂੰ ਇੱਥੇ ਵਿਸ਼ਰਾਮ ਹੈ। ਅਗਲੇ ਸ਼ਬਦਾਂ ਦੀ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਦੇ ਵਿੱਚ ਕਰਾਂਗੇ। ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨ, ਸਾਡਾ ਮਨ, ਸਾਡੀਆਂ ਭਾਵਨਾਵਾਂ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਣ, ਬਾਣੀ ਦੀ ਸੋਝੀ ਪੈ ਜਾਵੇ, ਜ਼ਿੰਦਗੀ ਦੇ ਵਿੱਚ ਚੰਗੇ ਅਸੂਲ ਹੋ ਜਾਣ। ਕਿਉਂਕਿ ਬੱਚੇ ਧਰਮ ਤੋਂ ਦੂਰ ਤਾਂ ਨੇ ਕਿਉਂਕਿ ਧਰਮ ਦਾ ਜਿਹੜਾ ਅਸੀਂ ਪਰਿਭਾਸ਼ਾ ਉਹ ਪਖੰਡਾਂ ਵਾਲੀ ਆਪਣੇ ਬੱਚਿਆਂ ਨੂੰ ਦਿੱਤੀ ਹੈ। ਕਿਉਂਕਿ ਬੱਚਿਆਂ ਦੇ ਸਰੀਰ ਦੇ ਨਾਲ ਅਸੀਂ ਧਰਮ ਜੋੜਨਾ ਚਾਹਿਆ ਵੀ ਤੁਸੀਂ ਸਰੀਰ ਦੇ ਉੱਤੇ ਧਰਮ ਥੋਪ ਲਓ, ਲੇਕਿਨ ਧਰਮ ਦੇ ਅਸੂਲ ਕਦੇ ਅਸੀਂ ਬੱਚਿਆਂ ਦੀ ਸੁਰਤ ਦੇ ਵਿੱਚ ਸਿਰਜੇ ਹੁੰਦੇ। ਤੇ ਜਿਹੜੇ ਬੱਚੇ ਅੱਜ ਧਰਮ ਤੋਂ ਦੂਰ ਭੱਜਦੇ ਨੇ ਫਖਰ ਕਰਦੇ, ਕਿਉਂਕਿ ਧਰਮ ਦਾ ਸੰਬੰਧ ਸੁਰਤ ਦੇ ਨਾਲ ਹੈ। ਤੇ ਜੇ ਸੁਰਤ ਧਾਰਮਿਕ ਹੋ ਜਾਵੇ, ਸੁਰਤ ਦੇ ਵਿੱਚ ਚੰਗੇ ਗੁਣ ਆ ਜਾਣ, ਚੰਗੀ ਪਰਸਨੈਲਿਟੀ ਬਣ ਜਾਵੇ ਆਪਣੇ ਦਿਮਾਗ ਦੀ, ਤੇ ਬੰਦੇ ਦਾ ਸਰੀਰ ਆਟੋਮੈਟਿਕ ਧਾਰਮਿਕ ਹੋ ਜਾਂਦਾ ਹੈ, ਉਹਨੂੰ ਬਦਲਣ ਦੀ ਲੋੜ ਨਹੀਂ ਪੈਂਦੀ। ਸੋ ਆਪਣੇ ਮਨ ਨੂੰ, ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਦੇ ਨਾਲ ਜੋੜਨਾ ਹੈ, ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਜ਼ਿੰਦਗੀ ਦੇ ਵਿੱਚ ਕਮਾਉਣਾ। ਸਤਿਗੁਰੂ ਜੀ ਰਹਿਮਤ ਕਰਨ, ਵਿਚਾਰ ਕਰਦਿਆਂ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਇਸੇ ਤਰ੍ਹਾਂ ਗੁਰੂ ਚਰਨਾਂ ਦੀ ਸੇਵਾ ਬਖਸ਼ ਕੇ ਸਤਿਗੁਰੂ ਜੀ ਨਿਵਾਜਦੇ ਰਹਿਣ। ਕੋਈ ਰਸਨਾਵਾਂ ਜੀ ਨਾ ਰਵੇ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।